ਤੁਹਾਡੀ ਧੌਣ ਦੇ ਵਿੱਚ ਜਿਹੜਾ ਕਿੱਲਾ ਰਿਹਾ ਹੁੰਦਾ ਨਾ ਕਿ ਮੈਂ ਜਾਟਿਆ ਜੀ, ਮੈਂ ਫਲਾਣਾ ਜੀ, ਮੈਂ ਢੀਗੜਾ, ਅਮਰੀਕਨ ਸਿਸਟਮ ਜਾਂਦੇ ਉਹ ਕਰ ਦਿੰਦੇ। ਪੰਜਾਬ ਇੱਦਾਂ ਦਾ ਬਣਦੇ ਯਾਰ, ਉਹ ਬੰਦਾ ਸੋਚੀ ਨਾ ਕਿ ਜਹਾਜ਼ ਤੇ ਚੜ੍ਹਦਾ। ਮੈਂ ਸਰ ਆਪ ਉੱਥੇ ਰੈਸਟੋਰੈਂਟਾਂ ਦੇ ਕੰਮ ਕਰਦਾ ਰਿਹਾ, ਆਪ ਗੈਸ ਸਟੇਸ਼ਨਾਂ ਦੇ ਕੰਮ ਕਰਦਾ ਰਿਹਾ। ਅੱਜ ਕੱਲ੍ਹ ਤਾਂ ਮਾਪੇ ਸ਼ਰੇਆਮ ਸੌਦਾ ਕਰਦੇ ਆ ਕਿ ਕੁੜੀ ਤੁਹਾਡੀ ਹੋਊਗੀ, ਮੁੰਡਾ ਸਾਡਾ ਹੋਊਗਾ, 20 ਲੱਖ ਰੁਪਇਆ ਹੀ ਲਾਵਾਂਗੇ, ਫਿਰ ਵੀਜ਼ਾ ਲਵਾ ਕੇ ਤੇ ਸਾਡੇ ਮੁੰਡੇ ਨਾਲ ਲੈ ਲਓ ਜੀ। ਜੇ ਐਸ ਰਫਤਾਰ ਤੋਂ ਪ੍ਰਵਾਸ ਹੁੰਦਾ ਰਿਹਾ ਤਾਂ 20 ਸਾਲਾਂ ਬਾਅਦ ਪੰਜਾਬ ਦੀ ਕੀ ਹਾਲਤ ਹੋਈ। ਪੜ੍ਹੀ ਲਿਖੀ ਕੁੜੀ, MSc ਕੀਤੀ ਕੁੜੀ, ਉਹਦੇ ਨਾਲ ਇੱਕ 10 ਪੜ੍ਹਿਆ ਮੁੰਡਾ ਜੋੜ ਦਿੰਦੇ ਆਪਾਂ, ਪਿੱਛਾ ਚੱਕ ਵੀ ਆਹ ਕਿੱਲਾ ਵੇਚਤਾ, 20-25 ਲੱਖ ਰੁਪਇਆ ਲਾਤਾ, ਇਹ ਕੁੜੀ ਸਾਡੇ ਮੁੰਡੇ ਨੂੰ ਲੈ ਕੇ ਆਸਟ੍ਰੇਲੀਆ ਜਾਊਗੀ, ਕੁੜੀ ਸਾਡੇ ਮੁੰਡੇ ਲੈ ਕੇ ਵੈਨਕੂਵਰ ਜਾਊਗੀ। ਇਹਦੇ ਪਿੱਛੇ ਸਾਰੀ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਜੁੜੀ ਹੈ। ਸੋਸ਼ਲੀ, ਕਲਚਰਲੀ, ਲੈਂਗੁਏਜ ਦੇ ਤੌਰ ਤੇ ਸਭ ਚੀਜ਼ਾਂ ਆਪਾਂ ਪਾਸੇ ਛੱਡ ਦਿੰਦੇ। ਆਪਾਂ ਨੂੰ ਸਿਰਫ ਇਹ ਕਿ ਘਰ ਦੀ ਕਮਾਈ ਠੀਕ ਕਰ ਲਈ, ਕੁੜੀ ਦਾ ਭਵਿੱਖ ਚੰਗਾ ਕਰ ਲਈ, ਇਹਨੂੰ ਚੜਾ ਦਿਓ, ਇਹ ਠੀਕ ਹੈ, ਉੱਥੇ ਵਿਆਹ ਦਿਓ ਜੀ, ਵਧੀਆ ਮੁੰਡਾ ਹੈ। ਬਾਅਦ ਚ ਕੀ ਹੁੰਦਾ ਪਤਾ ਲੱਗਦਾ ਕਿ ਇਹ ਕੋਲ ਇਮੀਗ੍ਰੇਸ਼ਨ ਵੀ ਆ ਗਈ ਜੀ, ਇਹ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਜੀ। ਅੱਜ ਕੱਲ੍ਹ ਤਾਂ ਸਰ ਸ਼ਰੇਆਮ ਸੌਦੇ ਹੁੰਦੇ ਆ। ਮੈਡਮ ਤੇ ਕਹਿ ਰਹੀ ਉਹਦਾ ID ਕਾਰਡ ਵੇਖੋ, ਸਭ ਕੁਝ ਵੇਖੋ। ਅੱਜ ਕੱਲ੍ਹ ਤਾਂ ਮਾਪੇ ਸ਼ਰੇਆਮ ਸੌਦਾ ਕਰਦੇ ਆ ਕਿ ਕੁੜੀ ਤੁਹਾਡੀ ਹੋਊਗੀ, ਮੁੰਡਾ ਸਾਡਾ ਹੋਊਗਾ, 20 ਲੱਖ ਰੁਪਇਆ ਹੀ ਲਾਵਾਂਗੇ, ਫਿਰ ਵੀਜ਼ਾ ਲਵਾ ਕੇ ਤੇ ਸਾਡੇ ਮੁੰਡੇ ਨਾਲ ਲੈ ਲਓ ਜੀ। ਫਿਰ ਕਿਹੜੇ ਕਾਗਜ਼ ਵੇਖਣ ਦੀ ਲੋੜ ਹੈ ਜੀ? ਜਦੋਂ ਸਿੱਧਾ ਹੀ ਇੱਕ ਪੜ੍ਹੀ ਲਿਖੀ ਕੁੜੀ, MSc ਕੀਤੀ ਕੁੜੀ, ਉਹਦੇ ਨਾਲ ਇੱਕ 10 ਪੜ੍ਹਿਆ ਮੁੰਡਾ ਜੋੜ ਦਿੰਦੇ ਆਪਾਂ, ਪਿੱਛਾ ਚੱਕ ਵੀ ਆਹ ਕਿੱਲਾ ਵੇਚਤਾ, 20-25 ਲੱਖ ਰੁਪਇਆ ਲਾਤਾ, ਇਹ ਕੁੜੀ ਸਾਡੇ ਮੁੰਡੇ ਨੂੰ ਲੈ ਕੇ ਆਸਟ੍ਰੇਲੀਆ ਜਾਊਗੀ, ਕੁੜੀ ਸਾਡੇ ਮੁੰਡੇ ਲੈ ਕੇ ਵੈਨਕੂਵਰ ਜਾਊਗੀ। ਉੱਥੇ ਵਿਆਹ ਦੀ ਡੀਲ ਹੋ ਜਾਂਦੀ ਹੈ। ਉੱਥੇ ਜਾ ਕੇ ਕੁੜੀ ਨੂੰ ਪਤਾ ਲੱਗਦਾ ਕਿ ਮੈਂ ਤਾਂ MSc ਪੜ੍ਹੀ ਹੈ ਜੀ, ਇਹ ਮੇਰੇ ਨਾਲ 10ਵੀਂ ਵਾਲਾ ਮੁੰਡਾ ਤੁਰਿਆ ਫਿਰਦਾ, ਉਹ ਆਪਣਾ ਉੱਥੇ ਜੀਵਨ ਸਾਥੀ ਹੋਰ ਲੱਭ ਲੈਂਦੀ ਹੈ। ਅੱਜ ਸਵੇਰੇ ਮੇਰੇ ਕੋਲ ਇਹਨਾਂ ਦੀ ਮਹਿਕਮਾ, ਅੱਜ ਸਵੇਰੇ ਇੱਕ ਕੇਸ, ਸੇਮ ਇਹੀ ਕੇਸ ਸੀਗਾ, 10 ਪੜ੍ਹਿਆ ਮੁੰਡਾ ਲੈ ਗਏ, ਉੱਥੇ ਜਾ ਕੇ ਪ੍ਰੋਬਲਮ ਆ ਗਈ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਉਦਮ ਨਹੀਂ ਚੰਗਾ, ਜਾਗਰੂਕ ਕਰਨਾ ਪੰਜਾਬ ਦੇ ਲੋਕਾਂ ਨੂੰ। ਜਾਗਰੂਕ ਜਿਹੜਾ ਕੁੜੀਆਂ ਨੂੰ ਮੈਂ ਕਹੂੰਗਾ, ਸਾਡੀਆਂ ਬੱਚੀਆਂ ਜੇ, ਛੋਟੀਆਂ ਭੈਣਾਂ ਜੇ, ਬੇਟਾ ਆਪਣੇ ਲਿਆਕਤ ਦੇ ਨਾਲ ਜਾਓ, ਉੱਥੇ ਜਾ ਕੇ ਫੈਸਲਾ ਕਰੋ। ਮੇਰੀ ਬੇਟੀ ਸਟੈਨਫੋਰਡ ਯੂਨੀਵਰਸਿਟੀ ਪੜ੍ਹਦੀ ਹੈ, ਮੇਰੇ ਕਹਿਣ ਤੇ ਰਿਸ਼ਤਾ ਨਹੀਂ ਕਰੂਗੀ ਉਹ। ਮੈਂ ਉਹਨੂੰ ਕਿਹਾ ਕਿ ਤੂੰ ਖੁਦ ਆਪ ਚੂਜ਼ ਕਰ, ਤੂੰ ਡਾਕਟਰੀ ਕਰ ਰਹੀ ਹੈ, ਤੂੰ ਦੇਖ ਕਿੱਦਾਂ ਦਾ ਮੁੰਡੇ ਨਾਲ ਤੂੰ ਵਿਆਹ ਕਰਾਉਣਾ। ਜੇ ਕੁੜੀ ਨੇ ਬਾਹਰ ਜਾਣਾ, ਕੁੜੀ ਨੇ ਬਾਹਰ ਜਾ ਕੇ ਪੜ੍ਹਨਾ ਹੈ, ਸਾਰੇ ਅਧਿਕਾਰ ਉਹਨੂੰ ਦਿਓ ਕਿ ਉਹਨੇ ਆਪਣਾ ਜੀਵਨ ਸਾਥੀ ਕਿੱਦਾਂ ਕਰਨਾ। ਜਦੋਂ ਅਸੀਂ ਚੁਣਾਂਗੇ, ਜਦੋਂ ਅਸੀਂ ਸੌਦੇਬਾਜ਼ੀਆਂ ਕਰਾਂਗੇ, ਤੇ ਫਿਰ ਕੁੜੀ ਦੇ ਗਾੜੀ ਤੇ ਸਮੱਸਿਆ ਆਉਣਗੀਆਂ। ਨੌਕਰੀ ਕਿਸੇ ਨੇ 50 ਸਾਲਾਂ ਦਿੱਤੀ ਨਹੀਂ, ਲੋਕਾਂ ਦੇ ਮਨ ਚ ਆ ਕਿ ਸਰਕਾਰਾਂ ਨੇ ਕੋਈ ਨੌਕਰੀ ਦੇਣੀ ਨਹੀਂ। ਨਸ਼ਿਆਂ ਦਾ ਦੌਰ ਹੈ, ਆਪਣੇ ਬੱਚੇ ਬਚਾਓ, ਕਿਸ ਤਰ੍ਹਾਂ ਲੱਦੋਂ ਜਹਾਜ਼ਾਂ ਦੇ ਉਹਨੂੰ ਕਰ ਦਿਓ। ਔਰ ਕਦੀ ਸੋਚਦੇ ਹੋ DC ਸਾਹਿਬ ਨੂੰ ਤਾਂ ਪਤਾ ਹੈ, ਜੇ ਐਸ ਰਫਤਾਰ ਤੋਂ ਪ੍ਰਵਾਸ ਹੁੰਦਾ ਰਿਹਾ ਤਾਂ 20 ਸਾਲਾਂ ਬਾਅਦ ਪੰਜਾਬ ਦੀ ਕੀ ਹਾਲਤ ਹੋਊ। ਤੁਸੀਂ ਅੰਦਾਜ਼ਾ ਲਾਇਆ ਕਿ ਪਿੰਡਾਂ ਦੇ ਵਿੱਚ ਕੋਈ ਬੰਦਾ ਮਰ ਜਾਂਦਾ ਨਾ, ਕਿਸੇ ਦੇ ਜਾਈਦਾ, ਸੰਸਕਾਰ ਤੇ ਜਾਂਦੇ, ਭੋਗ ਤੇ ਜਾਂਦੇ, 2% ਜੰਗ ਦੇ ਦੇਸ਼ਾਂ ਉੱਤੇ ਬੈਠੀ ਹੁੰਦੀ, ਬਾਕੀ ਸਭ ਵਿਰੋਧੀ ਨੇ, ਕੋਈ ਕੁੜੀ ਮੁੰਡਾ ਨਹੀਂ ਲੱਭਦਾ, ਵਿਰੋਧੀ ਹੁੰਦੇ ਬੈਠੇ, ਕੋਈ ਨਹੀਂ ਲੱਭਦਾ, ਕਿਉਂਕਿ ਜਹਾਜ਼ਾਂ ਤੇ ਚੜ ਗਏ, ਜਾਂ ਨਸ਼ਿਆਂ ਦੇ ਲਾ ਕੇ, ਜਾਂ ਜਹਾਜ਼ਾਂ ਦੇ ਚਾੜਦੇ ਪੋਲੀਟੀਕਲ ਬੰਦਿਆਂ ਨੇ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਪੰਜਾਬ ਬਾਰੇ ਇਹ ਪੰਜਾਬ ਨਾਲ ਜੁੜੀ ਸਮੱਸਿਆ, ਪੰਜਾਬ ਦੀ ਬਾਕੀ ਸਮੱਸਿਆ ਦੇ ਨਾਲ ਇਹ ਬਹੁਤ ਵੱਡੀ ਇੱਕ ਸਮੱਸਿਆ। ਸਾਡੇ ਧੀਆਂ ਪੁੱਤਾਂ ਦਾ ਜਿਹੜਾ ਭਵਿੱਖ ਖਰਾਬ ਹੋ ਰਿਹਾ, ਜਿਹੜੀਆਂ ਕਾਨੂੰਨੀ ਠੀਕ ਹੈ ਉਹ ਆਪਣੇ ਢੰਗ ਨਾਲ ਦੱਸ ਰੋਜ਼ ਹੀ ਹੁੰਦੇ। ਮੈਨੂੰ ਤਾਂ ਦਿਹਾੜੀ ਦੇ ਪਤਾ ਨਹੀਂ ਕਿੰਨੀਆਂ ਕਰਨਾ ਹੁੰਦੀਆਂ, ਕਿਉਂਕਿ ਮੈਂ ਇਹਨਾਂ ਦਾ ਹੀ ਮੰਤਰੀ ਹੈ। ਮੈਂ ਰੋਜ਼ ਹੀ ਬੈਠੇ ਮਹਿਕਮੇ ਵਾਲੇ ਰੋਜ਼ ਹੀ ਕਰਨਾ ਕਰਦਾ, ਕਿਤੇ IG ਨੂੰ, ਕਿਤੇ ADGP ਨੂੰ, ਇੱਦਾਂ ਦਾ ਆਹ ਕਰੋ ਜੀ। ਅਖੀਰ ਜਦੋਂ ਕੇਸ ਦੀ ਪੂਰੀ ਛਾਣਬੀਣ ਕਰਦੇ ਆ, ਉਹਦੇ ਪਿੱਛੇ ਨਿਕਲਣਾ ਇਹੀ ਕੰਮ ਹੈ। ਆਰਥਿਕਤਾ ਨਿਕਲਦੀ, ਉਹਦੇ ਪਿੱਛੇ ਹੋਰ ਕੁਛ ਨਹੀਂ ਨਿਕਲਦੀ ਕਿ ਰਿਸ਼ਤਾ ਇਹ ਕਰਕੇ ਕੀਤਾ ਹੈ। ਸੋ ਰਿਸ਼ਤਾ ਇਸ ਕਰਕੇ ਨਹੀਂ ਕਰਨਾ। ਖਾਸ ਤੌਰ ਤੇ ਧੀਆਂ ਨੂੰ ਮੇਰੀ ਬੇਨਤੀ ਹੈ, ਆਪਣੀ ਜ਼ਿੰਦਗੀ ਦਾ ਲੜ ਲੱਭੋ। ਰਿਸ਼ਤੇ ਦਾ ਬੇਸ ਇਹ ਨਹੀਂ ਬਣਾਉਣਾ। ਗਲੋਬਲਾਈਜੇਸ਼ਨ ਦਾ ਚੋਕਿਆ, ਪੂਰੀ ਦੁਨੀਆ ਨੇ ਤੁਹਾਡੇ ਲਈ ਦਰਵਾਜ਼ੇ ਖੋਲੇ। ਪੜ੍ਹੋ,
पढ़ाई करके चल जाओ जिथे जाना, न्यूयॉर्क जाओ, आस्ट्रेलिया जाओ, टोरंटो जाओ, उत्थे भी इदां दी यूनीवर्सिटियां तुहाडे लई दरवाजे खोल के बैठियां, वो भी पढ़ लिखण वालियां ने इत्थे जगह हैगी, उत्थे जाओ पढ़ के अपने बराबर का कोई चंगा साथी जिहड़ा लभो जिन्ना जिंदगी बतीत करनी, सौदेबाजी नहीं करनी। सो मेरा इहदे ते मैं तुहानूं यही कहूँगा कि पंजाब नूं ठीक करना, पंजाब इदां दा बन जाए यार, कोई बंदा सोचे ना कि जहाज ते चढ़ना, पंजाब नूं इदां दा बनाइए कि साडे कुड़ियां मुंडे इत्थे रहना पसंद कर, बच्चे तो रहना नहीं चाहते, जब आप गल्लां उदां ही वाच करी जाते। भी साहब 6 महीने पहला मेरा एक दोस्त है, मेरे नाल पढ़दा हुंदा सी, अजकल दरबार साहब च गरंटी है, 1 लाख बंदा आउंदा दरबार साहब दे विच रोज मत्था टेकण, SGPC दे अंकड़े आ, ਉਹਦੇ ਚੋਂ 50,000 ਸਿੱਖ ਆਉਂਦਾ, 50,000 ਦੂਜੇ केरला तो तमिलनाडु तो लोग ਜਿਹੜੇ ਪੰਜਾਬ ਆਉਂਦੇ ਆ, ਵਾਘਾ ਬਾਰਡਰ ਵੇਖਣ ਜਾਂਦੇ ਆ, ਦਰਬਾਰ ਸਾਹਿਬ ਮੱਥਾ ਟੇਕਣ ਵੀ ਜਾਂਦੇ ਆ, ਦੁਰਗਿਆਣਾ ਮੰਦਿਰ ਵੀ ਜਾਂਦੇ ਆ। 1 ਲੱਖ ਬੰਦਾ ਆਪਾਂ ਜਾਂਦੇ ਆ ਉੱਥੇ ਅਰਦਾਸ ਕਰਦੇ ਜੀ। ਕੋਈ ਬੰਦਾ ਕਹਿੰਦਾ ਕਿ ਮੇਰੇ ਪੁੱਤ ਨੂੰ ਨੌਕਰੀ ਦੇ ਦੇ, ਕੋਈ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਦੇ ਦੇ, ਕੋਈ ਬੰਦਾ ਬਿਮਾਰ ਹੁੰਦਾ ਉਹ ਕਹਿੰਦਾ ਮੇਰੀ ਬਿਮਾਰੀ ਦੂਰ ਕਰ ਦੇ, ਕੋਈ ਬੰਦਾ ਜਿਹੜਾ ਕਹਿੰਦੇ ਕੇਸ ਪਏ ਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਜਿਹੜਾ ਕੇਸਾਂ ਤੋਂ ਬਰੀ ਕਰਾ ਦੇ। हर बंदे का जो मिशन है लाइफ का उत्थे जाके मंगदा, दरबार साहब दे विच जाके मंगदा। सर ते मैं 6-7 महीने पहला मत्था टेकण गया, कल तक के बाद मेरा दोस्त मिल गया, तो मैंने कहता नहीं धारिया साहब चाह पी के जाना, तो मैं उहदे उत्ते ही दरबार साहब दे विच उहनूं फ्लैट मिलिया, तो मैं उहदे नाल उहदे घर चल गया। उहदी एक बेटी है, तो मैं उहनूं कहा बेटी की करनी, वो कहता बेटी ने की करना, मतलब 12वीं पढ़दी कुड़ी अपने पिता को कही जाती है, पिछले 20-25 सालों उत्थे लगा गरंटी दरबार साहब दे विच, अपने पिता को कही जाती है कि मैं इत्थे नहीं रहना जी, मैं तो मतलब चली है जी, मैनू तो टोरंटो भेजो, जां मैं सिडनी जाऊँगी जां मैं टोरंटो जाऊँगी, मैं नहीं रहिंदी जी इत्थे। वो कहता यार मैं कुलदीप परेशान है कि लोग लखां लोग रोज आउंदे आ, सिर झुकाउंदे आ, पर मेरी कुड़ी कहती है ना जी पंजाब कुछ नहीं है, कहती पंजाब बर्बाद हो गया, मैं तो पापा इतने नहीं रही, पर तुम रही जाओ पाठ पूजा करो, मैं नहीं। जे गुरु रामदास जी के घर दे विच चरनां च बैठी कुड़ी ये गल कहती है कि मैं नहीं इत्थे रहिंदी, ते तुहानूं सोचना चाहिए कि पंजाब के हालात की है। अज सानूं लोड़ नहीं पैनी, मैं वैसे आप उत्थे रेस्टोरेंटां ते काम करदा रहा, आप गैस स्टेशनां ते काम करदा रहा, इत्थों लगदा तुहानूं कि बड़ी अच्छी जिंदगी है, बहुत टफ जिंदगी है, बहुत औखी जिंदगी है, उत्थे काम करना पैंदा, बहुत नीवे तो नीवे लैवल का काम करना पैंदा। मैनूं इत्थे कोई कहंदा कि मैं अपने पिंड का सरपंच ही, जे मैनूं इत्थे कहंदा कि जा समोसे वाली दुकान ते लग जा, तो मैं तो कभी नहीं लगता, क्योंकि मैं सरपंच ही पिंड का बड़े वड्डे माझे पिंड का सरपंच सीगा, और उत्थे जाके मैनूं एक गैस स्टेशन के उत्ते काम करना पिया। गैस स्टेशन से जो तुसीं काम करदे हो, तुसीं कैश भी लैंदे हो, सफाई भी करदे हो, गारबेज के लिफाफे भी चुकते हो, और ਜਿਹੜੇ ਉੱਥੇ ਬਾਥਰੂਮ ਹੈ ਜਿਹਨਾਂ ਨੂੰ ਰੈਸਟ ਰੂਮ ਕਹਿੰਦੇ ਆ, ਉਹ ਵੀ ਤੁਸੀਂ ਸਾਫ਼ ਕਰਦੇ ਹੋ। ਤੁਹਾਡੇ ਕੌਮ ਦੇ ਵਿੱਚ ਜਿਹੜਾ ਕਿੱਲਾ ਅੜਿਆ ਹੁੰਦਾ ਨਾ ਕਿ ਮੈਂ ਜੱਟ ਆ ਜੀ, ਮੈਂ ਫਲਾਣਾ ਜੀ, ਮੈਂ ਢੀਗੜਾ, ਅਮਰੀਕਨ ਸਿਸਟਮ ਜਾਂਦੇ ਉਹ ਕਰ ਦਿੰਦਾ ਵੀ ਪਹਿਲਾਂ ਇੱਧਰ ਆਓ ਜੀ, ਐਨ ਉਹ ਸਿਸਟਮ ਹੀ ਇੱਦਾਂ ਦਾ ਸੀ, ਪਹਿਲਾਂ ਬੰਦੇ ਦਾ ਇੱਥੋਂ ਕਿੱਲਾ ਕੱਢ ਦਿਓ ਕਿ ਇੱਧਰ ਆਓ ਜੀ, ਆਹ ਕੰਮ ਕਰੋ ਪਹਿਲਾਂ। ਸਾਡੇ ਕਿੱਲਾ ਉਹ ਕੱਢਦੇ ਆ, ਤੇ ਇੱਥੇ ਵਾਲੇ ਸਿਸਟਮ ਦੇ ਕਿੱਲਾ ਕਿਉਂ ਨਹੀਂ ਕੱਢਿਆ? ਉਹ ਲੋੜ ਦਿੰਦੇ ਆ 12 ਘੰਟੇ, मैं 16 करता था ही दोपहर 2 बजे तो लैके सवेरे 6 बजे तक, ਤੇ ਮੇਰੇ ਨਾਲ ਦੇ ਗੈਸ ਸਟੇਸ਼ਨ ਤੇ ਇੱਕ ਨਵੇਂ ਸ਼ਹਿਰ ਦੀ ਲੜਕੀ ਕੰਮ ਕਰਦੀ ਸੀ ਸਾਹਮਣੇ ਵਾਲੇ ਤੇ, ਉਹ ਵੀ ਵਿਚਾਰੀ 12 ਘੰਟੇ ਕੰਮ ਕਰਦੀ ਸੀ। ਤੇ ਭਲੇ ਇਹ ਕੋਈ ਉੱਥੇ ਕੋਈ ਦੁੱਖਾਂ ਨਾ ਪਾਏ ਥੋੜੇ ਲੱਗੇ ਯਾਰ, ਉੱਥੇ ਕੰਮ ਕਰਦੇ ਪੈਂਦੇ ਆ। ਪਰ ਜੇ ਪੜ੍ਹ ਕੇ ਜਾਓਗੇ ਤਾਂ ਡਾਕਟਰ ਬਣ ਜਾਓਗੇ, ਪੜ੍ਹ ਕੇ ਜਾਓਗੇ ਇੰਜੀਨੀਅਰ ਬਣ ਜਾਓਗੇ, ਪੜ੍ਹ ਕੇ ਜਾਓਗੇ ਚੰਗੀਆਂ ਜੌਬਾਂ ਤੇ ਲੱਗ ਜਾਓਗੇ। ਤੇ ਜੇ ਟਰੈਵਲ ਏਜੰਟਾਂ ਨੂੰ ਪੈਸੇ ਦੇ ਕੇ ਜਾਓਗੇ, ਸੌਦੇਬਾਜ਼ੀ ਕਰਕੇ ਜਾਓਗੇ। मैम ਜਿਹੜਾ ਬੰਦਾ ਸੌਦੇਬਾਜ਼ੀ ਕਰਕੇ ਜਾਂਦਾ, ਸਾਰਾ ਸੌਦੇਬਾਜ਼ੀ ਵਾਲਿਆਂ ਦਾ ਮੈਂ ਬਹੁਤ ਬੁਰਾ ਹਾਲ ਵੇਖਿਆ ਉੱਥੇ। ਇਸ ਕਰਕੇ ਸੌਦੇਬਾਜ਼ੀ ਨਹੀਂ ਕਰਨੀ। ਮੁੜ ਕੇ ਆ ਬੈਠੇ ਨੇ ਪੁਲਿਸ ਵਾਲੇ, ਫਿਰ ਕੇਸ ਇਹਨਾਂ ਕੋਲ ਆ ਜਾਂਦਾ। ਉਹ ਮੁੰਡੇ ਵਾਲੇ ਉੱਥੇ ਹੁੰਦੇ ਆ, ਕੁੜੀ ਵਾਲੇ ਇੱਥੇ ਹੁੰਦੇ ਆ। ਇਹ ਕਹਿੰਦੇ ਜੀ ਹੁਣ ਕੀ ਕਰੀਏ? ਫਿਰ ਫੇਰੇ ਵੱਜਦੇ ਆ। ਫਿਰ ਮਾਪੇ ਕਿਤੇ ਹੀ ਗਏ ਸੀ, ਇਹਨਾਂ ਦੀ ਸੁਣੀ ਨਹੀਂ, ਥਾਣਿਆਂ ਨੇ ਸੁਣੀ ਨਹੀਂ।
चलो कहना तो नहीं चाहिए, पर बहुते पुलिस के अधिकारी तो मैं सारे तो नहीं कहता, बहुते अधिकारी तो इदा के केसा वेख के खुश हो जाते कि लै जी बाहर बस के आ जाओ काम बन जाता आ जाओ जी काम बन गया जी। वो फिर दसते हैं कनेडा तो कि सदना जी इन्हें इदा करना पैना जी। वो घंटा डेढ़ घंटा इदा लाते आ, सवेरे एक बंदे की कार आ गई कहता जी मैनू तो कबूतरे के ठांदा से भजा तक सवेरे रस्ते में साथ बैठा जो बंदा कह दिया कनेडा तो बंदा है पहले का झगड़ा पुलिस वाले ठांदा से क्या पई जा रह दो तो जा ते बच्चा लेना फिर जेल से चल गए तो तेन ही जान नहीं देना। वो बेचारा आपी चो छड़ के भज गया। वो मैंने कहना मेरी पैली जिन्हों मर्जी दे दो, मेरे ताए के पुत को छुड़ा दो जिन्हों मर्जी दे दो, मेरी बेइज्जती बड़ी हुई है सच। और जॉब तो स्टोरी दी ही बड़ी वधिया है। वो एप्पल जॉब करती कहती मैं इतने कितने फस गई है सारी दिहाड़ी तो कभी नहीं निबड़ता। सो मेरी तुहानू बेनती है कि सर धियां नूं पढ़ाओ, कानून ना समझो। बस मैं तुहानू ये कहना जे कानून समझने की बजाय जागृत हो जाओ कि अपनी धी नूं पढ़ाउणा। सब कुछ दादे ला दो जी, अपने मुंडे नूं पढ़ाओ, धी नूं पढ़ाओ। जिस देश चो गरीबी हुण तक दूर हुई है, डीसी साहब जो मेरे तो बाद च बोलते हैं तुहानू इन्हां दस देना है, जिथों जिथों गरीबी दूर हुई सब पढ़ाई ने की जो किसी चीज ने नहीं की ना हो ही सकती जे। इस करके पढ़ जाओ जे अपने पंजाब को ठीक करना चाहते हो। मैं तुहाडे लई 24 घंटे हाजिर हाँ, जो भी आवाज दोगे जो तुहाडी कोई दुख तकलीफ है उदों मैं सुनने जड़ा रेडी है। बहुत बहुत तुहाडा सब दा धन्नवाद।